Welcome students. I am Archana Shahi, lecturer commerce here. Discuss the topic that is importance of planning. There are so many points which are covered under the importance of planning. Firstly, we will discuss the first point that is essential for the modern business. Essential for modern business means that planning helps in anticipating the future action by taking into account all the future developments, the complex business environment, rapid changing technology, dynamism in preferences of the customers, calls for an effective planning. Also, planning helps in channelizing the efforts towards the goals of the enterprise. ਇਸ ਦਾ ਮਤਲਬ ਰਾਜੇ ਕੀ ਹੁੰਦਾ ਹੈ ਕਿ ਪਲੈਨਿੰਗ ਜਿਹੜੀ ਹੁੰਦੀ ਹੈ ਆਪਾਂ ਨੂੰ ਪਤਾ ਹੈ ਕਿ ਪਲੈਨਿੰਗ ਬੇਸਿਕਲੀ ਹੁੰਦੀ ਕੀ ਹੈ। ਪਲੈਨਿੰਗ ਹੁੰਦੀ ਹੈ ਲੁਕਿੰਗ ਅਹੈਡ ਔਰ ਥਿੰਕਿੰਗ ਅਹੈਡ। ਠੀਕ ਹੈ ਜੀ, ਥਿੰਕਿੰਗ ਬਿਫੋਰ ਡੂਇੰਗ, ਇਸ ਨੂੰ ਆਪਾਂ ਪਲੈਨਿੰਗ ਕਹਿ ਦਿੰਦੇ ਹਾਂ। ਠੀਕ ਹੈ, ਤਾਂ ਕਿਸੇ ਵੀ ਬਿਜ਼ਨਸ ਨੂੰ ਇਸਟੈਬਲਿਸ਼ ਕਰਨ ਦੇ ਲਈ ਠੀਕ ਹੈ ਪਲੈਨਿੰਗ ਦਾ ਹੋਣਾ ਬਹੁਤ ਜ਼ਰੂਰੀ ਹੈ। ਪਲੈਨਿੰਗ ਤੋਂ ਬਿਨਾਂ ਅਸੀਂ ਬਿਜ਼ਨਸ ਨਹੀਂ ਚਲਾ ਸਕਦੇ। ਹੁਣ ਅਸੀਂ ਗੱਲ ਕਰਦੇ ਹਾਂ ਮਾਡਰਨ ਬਿਜ਼ਨਸ ਦੀ। ਮਾਡਰਨ ਬਿਜ਼ਨਸ ਦਾ ਮਤਲਬ ਕੀ ਹੁੰਦਾ ਹੈ? ਇਸ ਦਾ ਮਤਲਬ ਹੁੰਦਾ ਹੈ ਕਿ ਆਪਣੀ ਬਿਜ਼ਨਸ ਇਨਵਾਇਰਮੈਂਟ ਦੇ ਵਿੱਚ ਲੋਟ ਆਫ ਚੇਂਜਸ ਸਾਨੂੰ ਫੇਸ ਕਰਨ ਨੂੰ ਮਿਲ ਰਹੇ ਨੇ। ਠੀਕ ਹੈ, ਜਿਵੇਂ ਕਸਟਮਰ ਦੀ ਡਿਮਾਂਡਸ ਚੇਂਜ ਹੋ ਰਹੀਆਂ ਨੇ ਐਂਡ ਕੰਪਲੈਕਸਿਟੀ ਆ ਰਹੀ ਹੈ ਹਿਊਮਨ ਬਿਹੇਵੀਅਰ ਦੇ ਵਿੱਚ, ਟੈਕਨੋਲੋਜੀ ਚੇਂਜ ਹੋ ਰਹੀ ਹੈ। ਠੀਕ ਹੈ ਜੀ, ਐਂਡ ਪ੍ਰੈਫਰੈਂਸਿਸ ਕਸਟਮਰਸ ਦੀਆਂ ਚੇਂਜ ਹੋ ਰਹੀਆਂ ਨੇ ਐਂਡ ਬਿਜ਼ਨਸ ਇਨਵਾਇਰਮੈਂਟ ਦੇ ਵਿੱਚ ਲਾਈਕ ਪੋਲਿਸੀਜ਼ ਗਵਰਨਮੈਂਟ ਦੀਆਂ ਚੇਂਜ ਹੋ ਰਹੀਆਂ ਨੇ। ਇਸ ਲਈ ਕਿਹਾ ਜਾਂਦਾ ਹੈ ਕਿ ਪਲੈਨਿੰਗ ਦਾ ਹੋਣਾ ਬਹੁਤ ਜ਼ਰੂਰੀ ਹੈ। ਬਿਨਾਂ ਪਲੈਨਿੰਗ ਤੋਂ ਬਿਜ਼ਨਸ ਜਿਹੜਾ ਸਟੈਬਲਿਸ਼ ਨਹੀਂ ਕੀਤਾ ਜਾ ਸਕਦਾ। ਅਗਰ ਅਸੀਂ ਇਹਨਾਂ ਦੇ ਰਿਗਾਰਡਿੰਗ ਦੇਖਦੇ ਹਾਂ ਠੀਕ ਹੈ, ਤਾਂ ਅਸੀਂ ਫਿਊਚਰ ਦੇ ਰਿਗਾਰਡਿੰਗ ਪਹਿਲਾਂ ਹੀ ਐਂਟੀਸਪੇਟ ਕਰਕੇ ਰੱਖਾਂਗੇ ਫਿਊਚਰ ਕੋਰਸ ਆਫ ਐਕਸ਼ਨ, ਤਾਂ ਹੀ ਜਾ ਕੇ ਸਾਡਾ ਜਿਹੜਾ ਬਿਜ਼ਨਸ ਇਫੈਕਟਿਵਲੀ ਰਨ ਕਰ ਸਕਦਾ। ਠੀਕ ਹੈ ਜੀ, ਨੈਕਸਟ ਪੁਆਇੰਟ ਆ ਜਾਂਦਾ ਹੈ ਪਲੈਨਿੰਗ ਇਫੈਕਟਸ ਪਰਫੋਰਮੈਂਸ। ਇਸ ਦਾ ਮਤਲਬ ਕੀ ਹੁੰਦਾ ਰਾਜੇ? it means that organizational success is the main objective of the effective planning. The measures of success like return on investment, sales volume, growth rate, earning per share, etc. depends upon the sound planning. An investigation of 36 firms revealed that companies involved in formal planning consistently performed better than others. ਇਸ ਦਾ ਮਤਲਬ ਰਾਜੇ ਇਹ ਹੁੰਦਾ ਹੈ ਕਿ ਕਿਸੇ ਵੀ ਪਲੈਨਿੰਗ ਜਿਹੜੀ ਹੋਏਗੀ ਠੀਕ ਹੈ ਕਿਸੇ ਵੀ ਬਿਜ਼ਨਸ ਦੀ ਜਿਹੜੀ ਪਰਫੋਰਮੈਂਸ ਨੂੰ ਇਨਫੈਕਟ ਕਰਦੀ ਹੈ। ਅਗਰ ਆਪਾਂ ਕਹੀਏ ਕਿ ਅਸੀਂ ਆਰਗੇਨਾਈਜੇਸ਼ਨ ਦੀ ਸਕਸੈਸ ਅਚੀਵ ਕਰਨੀ ਹੈ ਵਿਦਾਊਟ ਮੇਕਿੰਗ ਐਨੀ ਕਾਈਂਡ ਆਫ ਪਲਾਨ, then we can't achieve our objective as well as we can't reach our goals at a particular time period. ਠੀਕ ਹੈ ਜੀ, ਤਾਂ ਇਸ ਦਾ ਮਤਲਬ ਕੀ ਹੋਇਆ ਕਿ ਕਿਸੇ ਵੀ ਪਰਫੋਰਮੈਂਸ ਨੂੰ ਜੱਜ ਕਰਨਾ, ਇਫੈਕਟ ਕਰਨਾ ਕਿਹਦੇ ਹੈਂਡਸ ਦੇ ਵਿੱਚ ਹੋਏਗਾ? ਪਲੈਨਿੰਗ ਦੇ ਹੈਂਡਸ ਦੇ ਵਿੱਚ ਹੋਏਗਾ। ਠੀਕ ਹੈ ਜੀ, ਕਿਸੇ ਵੀ ਲਾਈਕ ਰਿਟਰਨ ਚੈੱਕ ਕਰਨੀ ਇਨਵੈਸਟਮੈਂਟ ਦੀ, ਠੀਕ ਹੈ, ਸੇਲਸ ਵੋਲੀਅਮ ਚੈੱਕ ਕਰਨਾ ਐਜ਼ ਵੈਲ ਐਜ਼ ਗਰੋਥ ਰੇਟ ਚੈੱਕ ਕਰਨੀ, ਅਰਨਿੰਗ ਪਰ ਸ਼ੇਅਰ ਚੈੱਕ ਕਰਨਾ, ਇਹ ਸਾਰੇ ਸਾਡੇ ਕੀ ਨੇ? ਮੈਜਰਸ ਨੇ ਸਕਸੈਸ ਨੂੰ ਮੈਜਰ ਕਰਨ ਦੇ। ਬਟ ਇਹ ਸਾਰੇ ਦੇ ਸਾਰੇ ਡਿਪੈਂਡ ਕਿਸ 'ਤੇ ਕਰਨਗੇ? ਸਾਊਂਡ ਪਲੈਨਿੰਗ 'ਤੇ ਡਿਪੈਂਡ ਕਰਨਗੇ। ਠੀਕ ਹੈ, ਸੋ ਇੱਕ ਐਗਜ਼ਾਮਪਲ ਵੀ ਦਿੱਤੀ ਹੈ ਇਸ ਬੁੱਕ ਦੇ ਵਿੱਚ ਕਿ ਇਨਵੈਸਟੀਗੇਸ਼ਨ ਕੀਤੀ ਗਈ 36 ਫਰਮਸ ਦੀ। ਠੀਕ ਹੈ, ਜਿਹਦੇ ਵਿੱਚ ਕੀ ਰਿਵੀਲ ਕੀਤਾ ਗਿਆ ਕਿ ਅਗਰ ਤੁਸੀਂ ਫਾਰਮਲ ਪਲੈਨਿੰਗ ਕਰਦੇ ਹੋ ਤਾਂ ਕੀ ਹੋਏਗਾ? ਕੰਸਿਸਟੈਂਟਲੀ ਤੁਸੀਂ ਬੈਟਰ ਪਰਫੋਰਮ ਕਰੋਗੇ। ਕੰਸਿਸਟੈਂਟਲੀ ਦਾ ਮਤਲਬ ਕੀ ਹੁੰਦਾ ਰਾਜੇ? ਕਿ ਤੁਸੀਂ ਕੰਟੀਨਿਊਸਲੀ ਬੈਟਰ ਪਲੈਨਿੰਗ ਮਤਲਬ ਰਿਜ਼ਲਟਸ ਅਚੀਵ ਕਰ ਸਕਦੇ ਹੋ ਆਪਣੇ, ਅਗਰ ਤੁਸੀਂ ਕੰਟੀਨਿਊਸਲੀ ਜਾਂ ਆਪਣੇ ਕੋਈ ਵੀ ਓਬਜੈਕਟਿਵਸ ਨੂੰ ਅਚੀਵ ਕਰਨ ਤੋਂ ਪਹਿਲਾਂ ਆਪਣੀ ਪਲੈਨਿੰਗ ਕਰਦੇ ਹੋ। ਠੀਕ ਹੈ, ਤੁਸੀਂ ਬੈਟਰ ਪਰਫੋਰਮ ਕਰੋਗੇ ਅਦਰਸ ਦੇ ਨਾਲੋਂ, ਮਤਲਬ ਅਦਰ ਕੰਪਨੀਜ਼ ਦੇ ਨਾਲੋਂ ਤੁਹਾਡਾ ਬੈਟਰ ਪਰਫੋਰਮੈਂਸ ਹੋਏਗੀ। ਠੀਕ ਹੈ, ਸੋ ਆਪਾਂ ਇਹ ਮੰਨ ਕੇ ਚੱਲਾਂਗੇ ਕਿ ਜਿਹੜੀ ਪਲੈਨਿੰਗ ਹੋਏਗੀ ਕੀ ਕਰਦੀ ਹੈ? ਇਫੈਕਟ ਕਰਦੀ ਹੈ ਪਰਫੋਰਮੈਂਸ ਨੂੰ। ਨੈਕਸਟ ਆ ਜਾਂਦਾ ਇੰਸ਼ੋਰਸ ਦਾ ਐਫੀਸ਼ੀਐਂਟ ਯੂਟੀਲਾਈਜੇਸ਼ਨ ਆਫ ਰਿਸੋਰਸਿਸ। ਇਸ ਦਾ ਮਤਲਬ ਕੀ ਹੁੰਦਾ ਰਾਜੇ? ਕਿ ਪਲੈਨਿੰਗ ਜਿਹੜੀ ਹੁੰਦੀ ਹੈ ਆਪਾਂ ਨੂੰ ਡਿਫਰੈਂਟ ਆਪਣੇ ਜਿਹੜੇ ਆਪਣੇ ਕੋਲ ਓਪਰਚੁਨਿਟੀਜ਼ ਹੁੰਦੀਆਂ ਨੇ ਉਹਨਾਂ ਨੂੰ ਇੱਕ ਤਰ੍ਹਾਂ ਦੀ ਪਰਫੋਰਮੈਂਸ ਨੂੰ ਇਵੈਲੂਏਟ ਕਰਕੇ ਠੀਕ ਹੈ ਆਪਾਂ ਨੂੰ ਡਿਫਰੈਂਟ ਕੋਰਸਿਸ ਆਫ ਐਕਸ਼ਨ ਪ੍ਰੋਵਾਈਡ ਕਰਦੀ ਹੈ। ਆਪਾਂ ਉਸ ਜਿਹੜੇ ਕੋਰਸਿਸ ਆਫ ਐਕਸ਼ਨਸ ਹੋਣਗੇ ਉਹਨਾਂ ਦੇ ਵਿੱਚੋਂ ਆਪਾਂ ਇਹ ਦੇਖ ਸਕਦੇ ਹਾਂ ਕਿ ਸਾਡੇ ਕੋਲ ਕਿੰਨੇ ਕੁ ਅਵੇਲੇਬਲ ਰਿਸੋਰਸਿਸ ਨੇ। ਜਿੰਨੇ ਸਾਡੇ ਕੋਲ ਅਵੇਲੇਬਲ ਰਿਸੋਰਸਿਸ ਹੋਣਗੇ ਉਹਨਾਂ ਦੇ ਵਿੱਚੋਂ ਅਸੀਂ ਕੀ ਕਰਾਂਗੇ? ਉਹੀ ਰਿਸੋਰਸਿਸ ਨੂੰ ਉਹੀ ਆਲਟਰਨੇਟਿਵਸ ਨੂੰ ਸਿਲੈਕਟ ਕਰਾਂਗੇ ਜਾਂ ਓਪਰਚੁਨਿਟੀ ਸਿਲੈਕਟ ਕਰਾਂਗੇ ਜਿਹੜੀਆਂ ਬੇਸਿਕਲੀ ਅਸੀਂ ਉਹੀ ਓਪਰਚੁਨਿਟੀਜ਼ ਆਲਟਰਨੇਟਿਵ ਸਿਲੈਕਟ ਕਰਾਂਗੇ ਜਿਹਨੇ ਸਾਡੇ ਕੋਲ ਆਲਟਰਨੇਟਿਵ ਮਤਲਬ ਸਾਡੇ ਕੋਲ ਰਿਸੋਰਸਿਸ ਅਵੇਲੇਬਲ ਹੋਣਗੇ। ਠੀਕ ਹੈ, ਅਗਰ ਸਾਡੇ ਕੋਲ ਰਿਸੋਰਸਿਸ ਹੀ ਨਹੀਂ ਅਵੇਲੇਬਲ ਦੈਨ ਵੀ ਕਾਂਟ select the particular objective or select the particular one course of action। ਠੀਕ ਹੈ, ਸੋ ਆਪਾਂ ਇਹ ਵੀ ਗੱਲ ਕਹਾਂਗੇ ਕਿ ਜਿਹੜੀ ਪਲੈਨਿੰਗ ਹੁੰਦੀ ਹੈ ਠੀਕ ਹੈ ਸਾਨੂੰ ਇੰਸ਼ੋਰ ਕਰਦੀ ਹੈ ਕਿ ਅਸੀਂ ਇਫੈਕਟਿਵ ਯੂਟੀਲਾਈਜੇਸ਼ਨ ਕਰ ਸਕੀਏ ਜਾਂ ਐਫੀਸ਼ੀਐਂਟ ਯੂਟੀਲਾਈਜੇਸ਼ਨ ਕਰ ਸਕੀਏ ਕਿਹਨਾਂ ਦੀ ਰਿਸੋਰਸਿਸ ਦੀ। ਉਹ ਕਿੱਦਾਂ ਹੋਏਗੀ ਪੋਸੀਬਲ?
क्योंकि प्लैनिंग ਜਿਹੜੀ ਹੁੰਦੀ ਹੈ लॉट ऑफ मैंटल एक्सरसाइज इन्वॉल्व ਹੁੰਦੀ ਹੈ ਇਸ ਦੇ ਵਿੱਚ, ਠੀਕ ਹੈ। ਸਭ ਕੁਝ ਸੋਚਾਂਗੇ ਜੋ ਦਿਮਾਗ ਦੇ ਨਾਲ ਸੋਚਾਂਗੇ, ਐਜ਼ ਵੀ ਆਲ ਨੋ, ਠੀਕ ਹੈ। ਅਗਰ ਅਸੀਂ ਨਹੀਂ ਸੋਚਦੇ ਦਿਮਾਗ ਦੇ ਨਾਲ ਤਾਂ ਪਲੈਨਿੰਗ ਕਰਨ ਦਾ ਕੋਈ ਫਾਇਦਾ ਨਹੀਂ ਹੈ, ਕੋਈ ਬੈਨੀਫਿਟਸ ਨਹੀਂ ਅਚੀਵ ਕਰਾਂਗੇ, ਠੀਕ ਹੈ ਜੀ। ਸੋ ਆਪਾਂ ਇਹ ਮੰਨ ਕੇ ਚੱਲਾਂਗੇ ਕਿ ਐਫੀਸ਼ੀਐਂਟਸ ਆਪਰੇਸ਼ਨਸ ਨੂੰ ਪਰਫਾਰਮ ਕਰਨ ਦੇ ਲਈ ਸਾਨੂੰ ਕੀ ਕਰਨਾ ਪਏਗਾ, ਪਲੈਨਿੰਗ ਕਰਨੀ ਪਏਗੀ, ਠੀਕ ਹੈ। ਸੋ ਪਲੈਨਿੰਗ ਕੀ ਕਰਦੀ ਹੈ ਜੀ, ਓਵਰਆਲ ਐਫੀਸ਼ੀਐਂਸੀ ਲੈ ਕੇ ਆਉਂਦੇ ਕਿਹਨਾਂ ਦੇ ਵਿੱਚ, ਬਿਜ਼ਨਸ ਦੇ ਵਿੱਚ। ਨੈਕਸਟ ਆ ਜਾਂਦਾ ਇਫੈਕਟਿਵ ਕੋਆਰਡੀਨੇਸ਼ਨ। ਇਫੈਕਟਿਵ ਕੋਆਰਡੀਨੇਸ਼ਨ ਦਾ ਮਤਲਬ ਕੀ ਹੁੰਦਾ ਹੈ ਕਿ ਪਲੈਨਿੰਗ ਜਿਹੜੀ ਹੁੰਦੀ ਹੈ ਸਾਡੇ ਡਿਫਰੈਂਟ ਟਾਸਕ ਦੇ ਵਿੱਚ ਯੂਨੀਫਾਰਮਟੀ ਲੈ ਕੇ ਆਉਂਦੀ ਹੈ, ਠੀਕ ਹੈ। ਆਪਾਂ ਇਹ ਵੀ ਕਹਾਂਗੇ ਕਿ ਜਿਹੜੇ ਡਿਫਰੈਂਟ ਐਕਟੀਵਿਟੀਜ਼ ਹੋਣਗੀਆਂ ਆਪਣੇ ਡਿਪਾਰਟਮੈਂਟਸ ਦੀਆਂ, ਠੀਕ ਹੈ, ਉਹਨਾਂ ਦੇ ਵਿੱਚ ਇੱਕ ਡਿਫਰੈਂਟ ਜਿਹੜੇ ਐਕਟੀਵਿਟੀਜ਼ ਹੋਣਗੀਆਂ ਉਹਨੂੰ ਇੰਟੈਗਰੇਟ ਕਰਨ ਦਾ ਕੰਮ ਕੌਣ ਕਰੇਗਾ, ਪਲੈਨਿੰਗ ਕਰੇਗੀ, ਠੀਕ ਹੈ। ਪਲੈਨਿੰਗ ਆਪਾਂ ਨੂੰ ਹੋਰ ਕੀ ਕਰਦੀ ਹੈ, ਕੋਆਰਡੀਨੇਸ਼ਨ ਵੀ ਪ੍ਰੋਵਾਈਡ ਕਰਦੀ ਹੈ ਕਿਹਨਾਂ ਦੇ ਵਿੱਚ, ਫਿਜ਼ੀਕਲ ਅਤੇ ਹਿਊਮਨ ਰਿਸੋਰਸਿਸ ਦੇ ਵਿੱਚ, ਠੀਕ ਹੈ। ਪਲੈਨਿੰਗ ਜਿਹੜੀ ਹੋਏਗੀ ਸਾਡੀ ਕੀ ਕਰਦੀ ਹੈ, ਸਾਨੂੰ ਡਿਫਰੈਂਟ ਫਿਜ਼ੀਕਲ ਅਤੇ ਹਿਊਮਨ ਰਿਸੋਰਸਿਸ ਜਿਹੜੇ ਹੋਣਗੇ ਉਹਨਾਂ ਦੇ ਵਿੱਚ ਇੱਕ ਪ੍ਰੋਪਰ ਕੋਆਰਡੀਨੇਟ ਕਰਨ ਦਾ ਕੰਮ ਕਰਦੀ ਹੈ, ਠੀਕ ਹੈ। ਡਿਫਰੈਂਟ ਟਾਸਕ ਦੇ ਵਿੱਚ ਯੂਨੀਫਾਰਮਟੀ ਲੈ ਕੇ ਆਉਂਦੀ ਹੈ, ਸਮਾਨਤਾ ਲੈ ਕੇ ਆਏਗੀ ਪਲੈਨਿੰਗ। ਜਾਂ ਆਪਾਂ ਕਹਾਂਗੇ ਕਿ ਪਲੈਨਿੰਗ ਜਿਹੜੀ ਹੋਏਗੀ ਸਾਨੂੰ ਡਿਫਰੈਂਟ ਡਿਪਾਰਟਮੈਂਟ ਦੀ ਜਿਹੜੀ ਐਕਟੀਵਿਟੀਜ਼ ਹੋਣਗੀਆਂ ਉਹਨਾਂ ਨੂੰ ਇੰਟੈਗਰੇਟ ਕਰਨ ਦਾ ਕੰਮ ਵੀ ਕਰਦੀ ਹੈ। ਸੋ ਪਲੈਨਿੰਗ ਹੈਲਪਸ ਇਨ ਇਫੈਕਟਿਵ ਕੋਆਰਡੀਨੇਸ਼ਨ। ਉਸ ਤੋਂ ਬਾਅਦ ਆ ਜਾਂਦਾ ਮਿਨੀਮਾਈਜ਼ਸ ਦਾ ਰਿਸਕ ਐਂਡ ਅਨਸਰਟਨਿਟੀ। ਇਸ ਦੇ ਵਿੱਚ ਕੀ ਆ ਜਾਂਦਾ ਹੈ, ਕਹਿੰਦੇ ਕਿਉਂਕਿ ਆਪਣਾ ਬਿਜ਼ਨਸ ਇਨਵਾਇਰਮੈਂਟ ਡਾਇਨਮਿਕ ਹੈ, ਠੀਕ ਹੈ, ਤਾਂ ਸਾਨੂੰ ਬਹੁਤ ਜ਼ਿਆਦਾ ਟੈਂਜੀਬਲ ਐਜ਼ ਵੈਲ ਐਜ਼ ਇਨਟੈਂਜੀਬਲ ਜਿਹੜੇ ਚੇਂਜਸ ਨੇ ਦੇਖਣ ਨੂੰ ਮਿਲ ਰਹੇ ਨੇ, ਠੀਕ ਹੈ। ਸਾਨੂੰ ਇਸ ਦੇ ਵਿੱਚ ਇਹ ਨਹੀਂ ਕਹਾਂਗੇ ਕਿ ਇੱਕ ਵਾਰੀ ਅਸੀਂ ਪਲੈਨਿੰਗ ਕੀਤੀ ਤਾਂ ਇਹ ਸਟਾਪ ਹੋ ਗਈ, ਠੀਕ ਹੈ, ਤਾਂ ਸਾਡਾ ਵਰਕ ਜਿਹੜਾ ਮੈਂਟਲ ਐਕਸਰਸਾਈਜ਼ ਸਾਡੀ ਸਟਾਪ ਹੋ ਗਈ। ਨੋ, ਵੀ ਕਾਂਟ ਸੇ ਲਾਈਕ ਦੈਟ। ਸਾਨੂੰ ਕੀ ਕਰਨਾ ਪਏਗਾ ਕਿ ਪਲੈਨਿੰਗ ਇਸ ਤਰ੍ਹਾਂ ਦਾ ਪ੍ਰੋਸੈਸ ਹੈ ਜਿਹੜੀ ਨੈਵਰ ਐਂਡਿੰਗ ਪ੍ਰੋਸੈਸ ਹੈ, ਠੀਕ ਹੈ, ਜਿਹਦੇ ਵਿੱਚ ਕੀ ਹੋਏਗਾ ਕਿ ਹਮੇਸ਼ਾ ਸਾਨੂੰ ਆਰਗੇਨਾਈਜੇਸ਼ਨ ਨੂੰ ਇਸ ਤਰੀਕੇ ਨਾਲ ਪ੍ਰਿਪੇਅਰ ਕਰਨਾ ਪਏਗਾ ਤਾਂ ਕਿ ਸਾਡੀ ਜਿਹੜੀ ਅਨਸਰਟਨਿਟੀ ਅਰਾਈਜ਼ ਹੁੰਦੀ ਹੈ, ਠੀਕ ਹੈ। ਅਨਸਰਟਨਿਟੀ ਕਿਉਂ ਅਰਾਈਜ਼ ਹੁੰਦੀ ਹੈ, ਕਿਉਂਕਿ ਫਿਊਚਰ ਹਮੇਸ਼ਾ ਅਨਸਰਟਨ ਹੋਏਗਾ, ਠੀਕ ਹੈ। ਬਿਜ਼ਨਸ ਇਨਵਾਇਰਮੈਂਟ ਦੇ ਵਿੱਚ ਕੰਪਲੈਕਸਿਟੀਜ਼ ਫੇਸ ਕਰਨ ਨੂੰ ਮਿਲਦੀਆਂ ਨੇ, ਤਾਂ ਇਹਦਾ ਮਤਲਬ ਕਿ ਅਨਸਰਟਨਿਟੀਜ਼ ਵੀ ਆਉਣਗੀਆਂ, ਤਾਂ ਉਸਨੂੰ ਫੇਸ ਕਰਨ ਦੇ ਲਈ, ਠੀਕ ਹੈ, ਪਲੈਨਿੰਗ ਸਾਨੂੰ ਕੀ ਕਰਦੀ ਹੈ, ਹੈਲਪ ਕਰਦੀ ਹੈ, ਠੀਕ ਹੈ। ਸੋ ਕੀ ਕਰੇਗੀ ਆਪਾਂ ਨੂੰ ਪਲੈਨਿੰਗ, ਰਿਸਕ ਨੂੰ ਅਤੇ ਅਨਸਰਟਨਿਟੀ ਨੂੰ ਕੀ ਕਰੇਗੀ, ਰਿਡਿਊਸ ਕਰਨ ਦਾ ਕੰਮ ਕਰੇਗੀ ਪਲੈਨਿੰਗ। ਨੈਕਸਟ ਆ ਜਾਂਦਾ ਨੈਸੈਸਰੀ ਟੂ ਫੈਸਿਲਿਟੇਟ ਦਾ ਕੰਟਰੋਲ। ਨੈਸੈਸਰੀ ਟੂ ਫੈਸਿਲਿਟੇਟ ਦਾ ਕੰਟਰੋਲ, ਇਸ ਦਾ ਮਤਲਬ ਕੀ ਹੁੰਦਾ ਹੈ ਕਿ ਕੰਟਰੋਲਿੰਗ ਜਦੋਂ ਵੀ ਅਸੀਂ ਮਤਲਬ ਕੋਈ ਐਕਚੁਅਲ ਪਰਫੋਰਮੈਂਸ ਦਿੱਤੀ ਜਾਂਦੀ ਹੈ, ਠੀਕ ਹੈ, ਮਤਲਬ ਜਦੋਂ ਡਿਫਰੈਂਟ ਜਿਹੜੇ ਮਤਲਬ ਬਿਜ਼ਨਸ ਦੇ ਵਿੱਚ ਜਿੰਨੇ ਵੀ ਵਰਕਰਸ ਇੰਪਲੋਈਜ਼ ਕੰਮ ਕਰਦੇ ਨੇ, ਜਦੋਂ ਆਪਣੀ ਐਕਚੁਅਲੀ ਪਰਫੋਰਮ ਕਰਦੇ ਆ ਕੰਮ ਨੂੰ, ਠੀਕ ਹੈ, ਤਾਂ ਆਪਾਂ ਇਹ ਮੰਨ ਕੇ ਚੱਲਾਂਗੇ ਕਿ ਐਕਚੁਅਲੀ ਪਰਫੋਰਮ ਕਰ ਰਹੇ ਤਾਂ ਉਹ ਆਪਣਾ ਵਰਕ ਕੰਪਲੀਟ ਕਰ ਰਹੇ ਨੇ, ਠੀਕ ਹੈ। ਤਾਂ ਅਸੀਂ ਕੀ ਕਰਾਂਗੇ, ਕੰਟਰੋਲਿੰਗ ਸਾਨੂੰ ਕੀ ਕਰਦੀ ਹੈ, ਬੇਸਿਕਲੀ ਹੈਲਪ ਕਰਦੀ ਹੈ ਕੀ ਕਰਨ ਦੇ ਵਿੱਚ, ਲੁਕਿੰਗ ਬੈਕਵਰਡ, ਠੀਕ ਹੈ। ਅਸੀਂ ਇਹ ਚੈੱਕ ਕਰਾਂਗੇ ਕਿ ਜੋ ਅਸੀਂ ਸਟੈਂਡਰਡਸ ਫਿਕਸ ਕੀਤੇ ਸੀਗੇ, ਸਟੈਂਡਰਡਸ ਅਸੀਂ ਕਿਸ ਦੇ ਵਿੱਚ ਫਿਕਸ ਕਰਦੇ ਹਾਂ, ਪਲੈਨਿੰਗ ਦੇ ਵਿੱਚ ਫਿਕਸ ਕਰਦੇ ਹਾਂ, ਠੀਕ ਹੈ। ਅਸੀਂ ਪਲੈਨਿੰਗ ਦੇ ਵਿੱਚ ਇੱਕ ਪ੍ਰੋਪਰ ਰੂਲਸ ਬਣਾ ਲੈਂਦੇ ਹਾਂ, ਓਬਜੈਕਟਿਵ ਸੈੱਟ ਕਰ ਦਿੰਦੇ ਹਾਂ, ਠੀਕ ਹੈ। ਅਸੀਂ ਇਹ ਦੇਖਦੇ ਹਾਂ ਕਿ ਫਿਊਚਰ ਦੇ ਵਿੱਚ ਸਾਨੂੰ ਇਹ ਵਾਲੀ ਅਨਸਰਟਨਿਟੀ ਸਾਨੂੰ ਫੇਸ ਕਰਨੇ ਪੈਣਗੇ, ਰਿਸਕ ਸਾਨੂੰ ਇਹ ਵਾਲੇ ਇਸ ਤਰ੍ਹਾਂ ਦੇ ਹੋਣਗੇ, ਠੀਕ ਹੈ ਜੀ। ਤਾਂ ਅਸੀਂ ਪ੍ਰੋਪਰ ਇੱਕ ਲੇਆਊਟ ਤਿਆਰ ਕਰ ਲੈਂਦੇ। ਤਾਂ ਜਦੋਂ ਸਾਡੀ ਐਕਚੁਅਲ ਪਰਫੋਰਮੈਂਸ ਹੋਏਗੀ ਤਾਂ ਉਸਨੂੰ ਕੰਪੇਅਰ ਕੀਤਾ ਜਾਂਦਾ, ਜਿਹੜਾ ਕੰਮ ਕੀਤਾ ਜਾਏਗਾ ਉਹ ਕਿਸ ਦੇ ਵਿੱਚ ਕੀਤਾ ਜਾਏਗਾ, ਕੰਟਰੋਲਿੰਗ ਦੇ ਵਿੱਚ, ਠੀਕ ਹੈ। ਸੋ ਕੰਟਰੋਲਿੰਗ ਕੀ ਹੁੰਦੀ ਹੈ, ਲੁਕਿੰਗ ਬੈਕਵਰਡ ਹੁੰਦੀ ਹੈ, ਠੀਕ ਹੈ। ਸੋ ਆਪਾਂ ਇਹ ਮੰਨ ਕੇ ਚੱਲਾਂਗੇ ਕਿ ਕੰਟਰੋਲਿੰਗ ਇਨਵੋਲਵਸ ਐਨਾਲਿਸਿਸ ਆਫ ਦ ਐਕਚੁਅਲ ਪਰਫੋਰਮੈਂਸ ਅਗੇਂਸਟ ਦ ਸਟੈਂਡਰਡਸ and these standards are set keeping in view the objectives, while well-developed plans helps in the implementation of the controlling process more effectively, ਠੀਕ ਹੈ ਜੀ। ਅਗਰ ਸਾਡੇ ਕੋਲ ਅੱਛੇ ਤਰੀਕੇ ਨਾਲ ਪਲਾਨਸ ਵਗੈਰਾ ਬਣੇ ਹੋਣਗੇ ਤਾਂ ਇਹਦਾ ਮਤਲਬ ਕੀ ਹੋਏਗਾ ਕਿ ਤੁਹਾਡੇ ਜਿਹੜੀ ਕੰਟਰੋਲਿੰਗ ਪ੍ਰੋਸੈਸ ਹੈ ਉਹ ਕੀ ਹੋ ਗਈ, ਪ੍ਰੋਪਰ ਇੰਪਲੀਮੈਂਟ ਕੀਤੀ ਜਾ ਰਹੀ ਹੈ, ਠੀਕ ਹੈ। ਅਗਰ ਤੁਹਾਡੇ ਪਲਾਨਸ ਦੇ ਵਿੱਚ ਮੈਂਟਲ ਐਕਸਰਸਾਈਜ਼ ਤੁਸੀਂ ਨੇ ਪ੍ਰੋਪਰ ਕੀਤੀ ਬਟ ਇੰਪਲੀਮੈਂਟੇਸ਼ਨ ਨਹੀਂ ਹੋਈ ਤਾਂ ਕੰਟਰੋਲਿੰਗ ਦੇ ਵਿੱਚ ਵੀ ਕੀ ਹੋਏਗਾ, ਤੁਹਾਨੂੰ ਫਿਰ ਡਿਫੀਕਲਟੀਜ਼ ਜਿਹੜੀਆਂ ਹੋਣਗੀਆਂ ਫੇਸ ਕਰਨੀਆਂ ਪੈ ਸਕਦੀਆਂ ਨੇ। ਜੇ ਆਪਾਂ ਕਹਾਂਗੇ ਕੰਟਰੋਲਿੰਗ ਕਰਨ ਦੇ ਟਾਈਮ ਸਾਨੂੰ ਡੈਵੀਏਸ਼ਨਸ ਦੇਖਣੀਆਂ ਪੈਣਗੀਆਂ ਬਹੁਤ ਜ਼ਿਆਦਾ। ਡੈਵੀਏਸ਼ਨਸ ਕਿਹੜੀਆਂ ਹੁੰਦੀਆਂ ਨੇ, ਜਿਹਦੇ ਵਿੱਚ ਕੀ ਹੋਏਗਾ ਕਿ ਪਲੈਨਿੰਗ ਐਜ਼ ਵੈਲ ਐਜ਼ ਇੰਪਲੀਮੈਂਟੇਸ਼ਨ ਦੇ ਵਿੱਚ ਕਾਫੀ ਜ਼ਿਆਦਾ ਡਿਫਰੈਂਸਿਸ ਹੋਣਗੇ, ਜੋ ਅਸੀਂ ਕੰਟਰੋਲ ਕਿਹਦੇ ਥਰੂ ਕਰਾਂਗੇ, ਪਲੈਨਿੰਗ ਥਰੂ ਹੀ ਕਰਾਂਗੇ, ਠੀਕ ਹੈ। ਨੈਕਸਟ ਆ ਜਾਂਦਾ ਜੀ ਬ੍ਰਿੰਗਸ ਇਕੋਨਮੀ ਇਨ ਓਪਰੇਸ਼ਨਸ। ਬ੍ਰਿੰਗਸ ਇਕੋਨਮੀਜ਼ ਇਨ ਓਪਰੇਸ਼ਨਸ ਦਾ ਮਤਲਬ ਕੀ ਹੁੰਦਾ ਹੈ, ਔਨ ਦ ਬੇਸਿਸ ਆਫ ਓਬਜੈਕਟਿਵਸ different alternatives are designed and best possible is selected for achieving the objectives। ਇਸ ਦਾ ਮਤਲਬ ਕੀ ਹੁੰਦਾ ਕਿ ਜਦੋਂ ਵੀ ਸਾਡੇ ਓਬਜੈਕਟਿਵ ਸੈੱਟ ਹੋ ਗਏ ਪਲੈਨਿੰਗ ਦੇ ਵਿੱਚ, ਅਸੀਂ ਡਿਸਾਈਡ ਕਰ ਲਏ ਕਿ ਸਾਡੇ ਇਹ ਓਬਜੈਕਟਿਵਸ ਨੇ, ਸਾਡੇ ਗੋਲਸ ਵੀ ਨੇ, ਤਾਂ ਅਸੀਂ ਕੀ ਕਰਾਂਗੇ, ਡਿਫਰੈਂਟ ਕਾਈਂਡ ਦੇ ਆਲਟਰਨੇਟਿਵ ਸਿਲੈਕਟ ਕਰਾਂਗੇ,
ਠੀਕ ਹੈ ਜੀ। ਡਿਜ਼ਾਈਨ ਕਰਾਂਗੇ, ਸਾਨੂੰ ਪਤਾ ਹੁੰਦਾ ਸਾਡੇ ਆਲਟਰਨੇਟਿਵਸ ਕਿਹੜੇ ਨੇ, ਤਾਂ ਅਸੀਂ ਡਿਫਰੈਂਟ ਆਲਟਰਨੇਟਿਵਸ ਦੇ ਵਿੱਚੋਂ ਬੈਸਟ ਜਿਹੜਾ ਪੋਸੀਬਲ ਆਲਟਰਨੇਟਿਵ ਹੋਏਗਾ ਉਹਨੂੰ ਸਿਲੈਕਟ ਕਰ ਲਾਂਗੇ। ਠੀਕ ਹੈ ਜੀ, ਤਾਂ ਕਿ ਅਸੀਂ ਆਪਣੇ ਆਬਜੈਕਟਿਵਸ ਨੂੰ ਅਚੀਵ ਕਰ ਸਕੀਏ। ਤਾਂ ਪਲੈਨਿੰਗ ਸਾਨੂੰ ਇੰਸ਼ੋਰ ਕਰਦੀ ਹੈ ਡਿਫਰੈਂਟ ਕਾਈਂਡ ਦੇ ਫੈਕਟਰਸ ਆਫ ਪ੍ਰੋਡਕਸ਼ਨ ਨੂੰ ਲੈ ਕੇ ਚੱਲਦੀ ਹੈ। ਠੀਕ ਹੈ, ਜਿਹਦੇ ਵਿੱਚ ਮੈਨ ਹੋ ਗਿਆ, ਮਟੀਰੀਅਲ ਹੋ ਗਿਆ, ਮਨੀ ਹੋ ਗਿਆ, ਮੈਥਡਸ ਹੋ ਗਏ, ਮਸ਼ੀਨਸ, ਇਹ ਸਾਰੇ ਦੇ ਸਾਰੇ 5M ਜਿਹੜੇ ਹੋਣਗੇ ਇਨਵੋਲਵ ਹੋ ਜਾਣਗੇ। ਇਸ ਪੁਆਇੰਟ ਦੇ ਵਿੱਚ ਆਪਾਂ ਕਰਾਂਗੇ ਕਿ 5M ਇਨਵੋਲਵ ਹੁੰਦੇ ਨੇ। ਠੀਕ ਹੈ, 5M ਦੇ ਵਿੱਚ ਕੀ ਆ ਜਾਏਗਾ ਆਪਣਾ? ਮੈਨ, ਮਟੀਰੀਅਲ, ਮਨੀ, ਮੈਥਡਸ, ਮਸ਼ੀਨਸ। ਇਹਨਾਂ ਨੂੰ ਪ੍ਰੋਪਰਲੀ ਯੂਟੀਲਾਈਜ਼ ਕਰਨਾ। ਠੀਕ ਹੈ, ਇਹਨਾਂ ਦਾ ਚੀਜ਼ ਇਹ ਵਾਲੀ ਬੇਸਿਕ ਥਿੰਗਸ ਚੈੱਕ ਕਰਨੀਆਂ ਕਿ ਇਹਨਾਂ ਦੀ ਪ੍ਰੋਡਕਸ਼ਨ ਪ੍ਰੋਪਰਲੀ ਚੱਲਦੀ ਰਹੇ, ਫੈਕਟਰਸ ਆਫ ਪ੍ਰੋਡਕਸ਼ਨ ਪ੍ਰੋਪਰਲੀ ਵਰਕ ਕਰਦੇ ਰਹਿਣ, ਇਹਨਾਂ ਨੂੰ ਇਫੈਕਟਿਵ ਯੂਟੀਲਾਈਜ਼ ਕਰਨਾ। ਠੀਕ ਹੈ, ਇਹ ਸਾਰਾ ਦਾ ਸਾਰਾ ਕੰਮ ਕੌਣ ਕਰੇਗੀ? ਇੰਸ਼ੋਰ ਕਰਾਏਗੀ ਸਾਨੂੰ ਪਲੈਨਿੰਗ। ਸੋ ਆਪਾਂ ਇਹ ਮੰਨ ਕੇ ਚੱਲਾਂਗੇ ਕਿ ਸਾਡੀ ਡਿਫਰੈਂਟ ਓਪਰੇਸ਼ਨਸ ਦੇ ਵਿੱਚ ਕੀ ਲੈ ਕੇ ਆਉਂਦੀ ਹੈ? ਇਕੋਨਮੀ ਲੈ ਕੇ ਆਉਂਦੀ ਹੈ। ਠੀਕ ਹੈ, ਸਾਡੀ ਜਿਹੜੀ ਵੇਸਟੇਜ ਹੁੰਦੀ ਹੈ ਉਹਨੂੰ ਰਿਡਿਊਸ ਕਰਨ ਦੀ ਹੈਲਪ ਕਰਦੀ ਹੈ। ਠੀਕ ਹੈ, ਨੈਕਸਟ ਆ ਜਾਂਦਾ ਹੈ ਏਡਸ ਟੂ ਡਿਸੀਜ਼ਨ ਮੇਕਿੰਗ। ਠੀਕ ਹੈ, ਇਸ ਦਾ ਮਤਲਬ ਕੀ ਹੁੰਦਾ ਕਿ ਪਲੈਨਿੰਗ ਸਾਨੂੰ ਸਪੈਸੀਫਾਈ ਕਰਦੀ ਹੈ ਡਿਫਰੈਂਟ ਕਾਈਂਡਸ ਆਫ ਐਕਸ਼ਨਸ ਦੇ ਰਿਗਾਰਡਿੰਗ। ਸਾਨੂੰ ਇਹ ਵੀ ਹੈਲਪ ਕਰਦੀ ਹੈ ਕਿ ਕਿਹੜੇ ਸਟੈਪਸ ਸਾਨੂੰ ਚਾਹੀਦੇ ਨੇ ਜਿਹੜੇ ਸਾਨੂੰ ਹੈਲਪ ਕਰਨਗੇ, ਸਟੈਪਸ ਜਿਹੜੇ ਹੋਣਗੇ ਸਾਡੇ ਡਿਫਰੈਂਟ ਓਬਜੈਕਟਿਵਸ ਨੂੰ ਪੂਰਾ ਕਰਨ ਦੇ ਲਈ। ਠੀਕ ਹੈ ਜੀ, ਤਾਂ ਇੱਕ ਸਾਨੂੰ ਇਹ ਮੰਨ ਕੇ ਚੱਲਾਂਗੇ ਕਿ ਜਿਹੜੀ ਪਲੈਨਿੰਗ ਹੋਏਗੀ ਸਾਨੂੰ ਕੀ ਪ੍ਰੋਵਾਈਡ ਕਰਦੀ ਹੈ? ਗਾਈਡਲਾਈਨ ਪ੍ਰੋਵਾਈਡ ਕਰੇਗੀ। ਠੀਕ ਹੈ ਜੀ, ਗਾਈਡਲਾਈਨ ਕਿਸ ਦੇ ਰਿਗਾਰਡਿੰਗ ਪ੍ਰੋਵਾਈਡ ਕਰੇਗੀ? ਸਾਡੇ ਓਬਜੈਕਟਿਵਸ ਨੂੰ ਪੂਰਾ ਕਰਨ ਦੇ ਲਈ। ਠੀਕ ਹੈ ਜੀ, ਨੈਕਸਟ ਆ ਜਾਂਦਾ ਮੇਕਸ ਐਕਟੀਵਿਟੀ ਮੀਨਿੰਗਫੁਲ। ਇਸ ਦਾ ਮਤਲਬ ਕੀ ਹੁੰਦਾ ਰਾਜੇ? ਕਿ ਆਪਾਂ ਨੂੰ ਪਤਾ ਹੈ ਕਿ ਸਾਰੇ ਐਕਸ਼ਨ ਸਾਡੇ ਕਿਸ ਦੇ ਵੱਲ ਲੱਗਦੇ ਨੇ? ਗੋਲਸ ਨੂੰ ਅਚੀਵ ਕਰਨ ਦੇ ਲਈ। ਠੀਕ ਹੈ, ਐਂਡ ਪਲੈਨਿੰਗ ਹਮੇਸ਼ਾ ਸਾਨੂੰ ਡਿਫਰੈਂਟ ਐਕਟੀਵਿਟੀਜ਼ ਨੂੰ ਮੀਨਿੰਗਫੁਲ ਤਰੀਕੇ ਦੇ ਨਾਲ ਅਚੀਵ ਕਰਨਾ ਸਿਖਾਉਂਦੀ ਹੈ। ਜੇ ਆਪਾਂ ਕਹਾਂਗੇ ਕਿ ਡਿਫਰੈਂਟ ਵਰਕਰਸ ਹੋ ਗਏ, ਉਹਨਾਂ ਦੇ ਐਫਰਟਸ ਨੂੰ ਪੂਰਾ ਦਾ ਪੂਰਾ ਲਗਾ ਦਿੰਦੀ ਹੈ ਕਿ ਤੁਸੀਂ ਨੇ ਸਿਰਫ ਤੁਹਾਡਾ ਐਫਰਟ ਕਿਸ ਵੱਲ ਜਾਣਾ ਚਾਹੀਦਾ? ਗੋਲਸ ਵੱਲ ਜਾਣਾ ਚਾਹੀਦਾ। ਠੀਕ ਹੈ, ਤਾਂ ਆਪਾਂ ਕਹਾਂਗੇ ਕਿ ਜਿਹੜੀ ਐਕਟੀਵਿਟੀਜ਼ ਹੋਣਗੀਆਂ, ਕਿਹਨਾਂ ਦੀ ਐਕਟੀਵਿਟੀਜ਼? ਵਰਕਰਸ ਦੀਆਂ ਐਕਟੀਵਿਟੀਜ਼, ਉਹਨਾਂ ਨੂੰ ਮੀਨਿੰਗਫੁਲ ਬਣਾ ਦਿੰਦੀ ਹੈ। ਇਹ ਨਹੀਂ ਹੈਗਾ ਕਿ ਤੁਸੀਂ ਵੇਸਟੇਜ ਕਰ ਰਹੇ ਹੋ ਟਾਈਮ ਦੀ। ਠੀਕ ਹੈ, ਤੁਸੀਂ ਵਰਕਰਸ ਨੂੰ ਇੰਪਲੋਈਜ਼ ਕੋਲ ਮਤਲਬ ਟਾਈਮ ਪ੍ਰੋਪਰ ਸ਼ਡਿਊਲ ਬਣੇ ਹੋਣਗੇ, ਹਰ ਇੱਕ ਕੰਮ ਨੂੰ ਪ੍ਰੋਪਰਲੀ ਡਿਵਾਈਡ ਕੀਤਾ ਹੋਊਗਾ, ਰਿਸਪੋਂਸੀਬਿਲਿਟੀਜ਼ ਅਥਾਰਟੀਜ਼ ਡੈਲੀਗੇਟ ਕੀਤੀਆਂ ਹੋਣਗੀਆਂ। ਠੀਕ ਹੈ ਜੀ, ਤਾਂ ਇਹ ਮੰਨ ਕੇ ਚੱਲਿਆ ਜਾਂਦਾ ਕਿ ਪਲੈਨਿੰਗ ਕੀ ਕਰ ਦੇਗੀ? ਡਿਫਰੈਂਟ ਐਕਟੀਵਿਟੀਜ਼ ਨੂੰ ਮੀਨਿੰਗਫੁਲ ਬਣਾ ਦੇਗੀ, ਜਿਹਦੇ ਨਾਲ ਕੀ ਹੋਏਗਾ ਕਿ ਵੇਸਟੇਜ ਦੀ ਚਾਂਸਿਸ ਜਿਹੜੇ ਘੱਟ ਜਾਣਗੇ ਅਤੇ ਡਿਫਰੈਂਟ ਜਿਹੜੇ ਐਫਰਟਸ ਹੋਣਗੇ ਵਰਕਰਸ ਦੇ ਅਤੇ ਗੋਲਸ ਆਫ ਆਰਗੇਨਾਈਜੇਸ਼ਨ ਨੂੰ ਤਾਂ ਰਿਲੇਸ਼ਨਸ਼ਿਪ ਐਸਟੈਬਲਿਸ਼ ਕਰਦੇ। ਨੈਕਸਟ ਆ ਜਾਂਦਾ ਹੈ ਬ੍ਰਿੰਗਸ ਦਾ ਇਨੋਵੇਸ਼ਨ ਐਂਡ ਕ੍ਰੀਏਟੀਵਿਟੀ। ਇਸ ਦਾ ਮਤਲਬ ਕੀ ਹੁੰਦਾ ਰਾਜੇ? ਇਸ ਦਾ ਮਤਲਬ ਹੁੰਦਾ ਹੈ ਕਿ ਪਲੈਨਿੰਗ ਐਨਕਰੇਜ ਦਾ ਮੈਨੇਜਰਸ ਟੂ ਐਂਟੀਸਪੇਟ ਦਾ ਫਿਊਚਰ in the light of environmental changes which are taking place, to bring the new and the innovative ideas of doing the things which ultimately proves beneficial for the growth of the business. ਇਸ ਦਾ ਮਤਲਬ ਕੀ ਹੋਏਗਾ ਕਿ ਪਲੈਨਿੰਗ ਸਾਨੂੰ ਡਿਫਰੈਂਟ ਸਾਡੇ ਜਿਹੜੇ ਮੈਨੇਜਰਸ ਹੋਣਗੇ ਉਹਨਾਂ ਨੂੰ ਐਨਕਰੇਜ ਕਰਦੀ ਹੈ। ਠੀਕ ਹੈ ਜੀ, ਤਾਂ ਕਿ ਜੋ ਵੀ ਇਨਵਾਇਰਮੈਂਟ ਦੇ ਵਿੱਚ ਚੇਂਜਸ ਆ ਰਹੇ ਨੇ ਉਹਨਾਂ ਨੂੰ ਡਿਫਰੈਂਟ ਤਰੀਕੇ ਦੇ ਨਾਲ, ਨਵੇਂ ਆਈਡੀਆਜ਼ ਦੇ ਨਾਲ, ਇਨੋਵੇਟਿਵ ਆਈਡੀਆਜ਼ ਦੇ ਨਾਲ, ਠੀਕ ਹੈ ਜੀ, ਕਰਨ ਦੀ ਕੋਸ਼ਿਸ਼ ਕਰਵਾਉਣੀ। ਮੈਨੇਜਰਸ ਕੀ ਕਰਨਗੇ? ਉਹਨਾਂ ਨੂੰ ਡਿਫਰੈਂਟ ਤਰੀਕੇ ਦੇ ਨਾਲ ਸੋਚਣ ਦੀ ਮਜਬੂਰ ਹੋਣਗੇ ਕਿ ਹਾਂਜੀ ਅਗਰ ਇਸ ਤਰ੍ਹਾਂ ਦਾ ਅਗਰ ਸਾਨੂੰ ਕੋਈ ਡਿਸੀਜ਼ਨ ਅਸੀਂ ਲੈਣਾ ਹੈ, ਅਗਰ ਅਸੀਂ ਡਿਫਰੈਂਟ ਵੇ ਦੇ ਨਾਲ ਲੈ ਕੇ ਦੇਖਦੇ ਹਾਂ ਤਾਂ ਸਾਡੇ ਓਬਜੈਕਟਿਵਸ ਦੇ ਵਿੱਚ ਕੀ ਚੇਂਜਸ ਸਾਨੂੰ ਫੇਸ ਕਰਨ ਨੂੰ ਮਿਲਦੇ, ਕੀ ਸਾਨੂੰ ਇਕੋਨਮੀ ਦੇ ਵਿੱਚ ਸਾਡੀ ਜਿਹੜੇ ਓਪਰੇਸ਼ਨਸ ਨੇ ਕਿ ਉਹਨਾਂ ਵਿੱਚ ਇਕੋਨਮੀ ਆਉਂਦੀ ਹੈ, ਸਾਡੀ ਵੇਸਟੇਜ ਰਿਡਿਊਸ ਹੁੰਦੀ ਹੈ, ਸਾਡੀ ਰਿਟਰਨਸ ਕਿੰਨੀਆਂ ਹਾਈ ਹੋਣਗੀਆਂ, ਸਾਡੀ ਕਾਸਟ ਰਿਡਿਊਸ ਹੋਏਗੀ ਜਾਂ ਨਹੀਂ ਹੋਏਗੀ। ਠੀਕ ਹੈ, ਤਾਂ ਮਤਲਬ ਕੀ ਹੋਏਗਾ ਕਿ ਸਾਨੂੰ ਪਲੈਨਿੰਗ ਕੀ ਕਰਦੀ ਹੈ? ਇੰਸ਼ੋਰ ਕਰਦੇ ਇਨੋਵੇਸ਼ਨ ਅਤੇ ਕ੍ਰੀਏਟੀਵਿਟੀ ਦੇ ਵਿੱਚ। ਨੈਕਸਟ ਆ ਜਾਂਦਾ ਫੈਸਿਲਿਟੇਟਸ ਦਾ ਡੀਸੈਂਟਰਲਾਈਜੇਸ਼ਨ। ਇਸ ਦੇ ਵਿੱਚ ਕੀ ਹੋਏਗਾ? ਥਰੂ ਪ੍ਰੋਵਾਈਡਿੰਗ ਦਾ ਗਾਈਡਲਾਈਨਸ ਟੂ ਦਾ ਸਬੋਰਡੀਨੇਟਸ ਇਟ ਹੈਲਪਸ ਇਨ ਡੈਲੀਗੇਟਿੰਗ ਦਾ ਅਥਾਰਟੀ ਵਿਦ ਮਿਨੀਮਮ ਰਿਸਕ। ਠੀਕ ਹੈ ਜੀ, ਜਿਹੜੇ ਸਬੋਰਡੀਨੇਟਸ ਹੋਣਗੇ ਉਹਨਾਂ ਨੂੰ ਕੀ ਕਰਦੇ? ਗਾਈਡਲਾਈਨਸ ਪ੍ਰੋਪਰ ਪ੍ਰੋਵਾਈਡ ਕਰੇਗੀ, ਜਿਹਦੇ ਨਾਲ ਕੀ ਹੋਏਗਾ ਕਿ ਜਿਹੜੀ ਇੱਕ ਆਪਾਂ ਕਹਾਂਗੇ ਕਿ ਜਿਹੜੀ ਅਥਾਰਟੀ ਹੁੰਦੀ ਹੈ ਉਹ ਡਿਫਰੈਂਟ ਪਰਸਨਸ ਦੇ ਵਿੱਚ ਕੀ ਕੀਤੀ ਜਾਂਦੀ ਹੈ? ਡੈਲੀਗੇਟ ਕੀਤੀ ਜਾਂਦੀ ਹੈ, ਡਿਵਾਈਡ ਕੀਤੀ ਜਾਏਗੀ। ਠੀਕ ਹੈ, ਜਿਹਦੇ ਵਿੱਚ ਕੀ ਹੋਏਗਾ ਕਿ ਕੰਮ ਜਿਹੜਾ ਹੋਏਗਾ ਡਿਵਾਈਡ ਕੀਤਾ ਜਾਏਗਾ ਤਾਂ ਰਿਸਕ ਵੀ ਆਟੋਮੈਟਿਕਲੀ ਰਿਡਿਊਸ ਹੋ ਜਾਂਦਾ। ਠੀਕ ਹੈ, ਤਾਂ ਪਲੈਨਿੰਗ ਕੀ ਕਰਦੀ ਹੈ? ਮੈਨੇਜਰਸ ਨੂੰ ਮੋਟੀਵੇਟ ਕਰਦੀ ਹੈ ਤਾਂ ਕਿ ਉਹ ਗੋਲਸ ਨੂੰ ਅੰਡਰਟੇਕ ਕਰ ਸਕਣ, ਪ੍ਰੋਪਰਲੀ ਅਚੀਵ ਕਰ ਸਕਣ, ਐਜ਼ ਵੈਲ ਐਜ਼ ਜਿਹੜੇ ਡਿਫਰੈਂਟ ਅਥਾਰਟੀ ਹੈ ਉਹਨਾਂ ਨੂੰ ਰਿਕੁਇਜ਼ਿਟ ਹੈਂਡਸ ਦੇ ਵਿੱਚ ਡਿਵਾਈਡ ਕਰ ਸਕਣ। ਠੀਕ ਹੈ ਜੀ, ਨੈਕਸਟ ਆ ਜਾਂਦਾ ਹੈਲਪਫੁਲ ਇਨ ਡਿਵੈਲਪਮੈਂਟ ਐਂਡ ਐਕਸਪੈਂਸ਼ਨ।
ਇਸ ਦਾ ਮਤਲਬ ਕੀ ਹੁੰਦਾ ਹੈ ਕਿ ਪਲੈਨਿੰਗ ਹੈਲਪ ਕਰਦੀ ਹੈ ਆਪਾਂ ਨੂੰ ਡਿਫਰੈਂਟ ਵੇਜ਼ ਓਪਰਚੁਨਿਟੀਜ਼ ਨੂੰ ਐਨਾਲਾਈਜ਼ ਕਰਨ ਦੇ। ਠੀਕ ਹੈ, ਇਸ ਦੇ ਵਿੱਚ ਅਗੇਨ ਪੁਆਇੰਟ ਉਹੀ ਆ ਜਾਂਦਾ ਹੈ ਕਿ ਤੁਹਾਡੇ ਕੋਲ ਜਿੰਨੇ ਵੀ ਅਵੇਲੇਬਲ ਰਿਸੋਰਸਿਸ ਹੁੰਦੇ ਨੇ, ਠੀਕ ਹੈ, ਉਹਨਾਂ ਨੂੰ ਆਪਾਂ ਧਿਆਨ 'ਚ ਰੱਖ ਕੇ ਸਾਡੇ ਡਿਫਰੈਂਟ ਓਪਰਚੁਨਿਟੀਜ਼ ਨੂੰ ਕੀ ਕਰਾਂਗੇ, ਐਨਾਲਾਈਜ਼ ਕਰਾਂਗੇ। ਠੀਕ ਹੈ, ਅਤੇ ਇਸ ਤਰ੍ਹਾਂ ਦੀ ਐਕਸਪੈਂਸ਼ਨ ਕਰਾਂਗੇ ਜਿੰਨੀ ਪੋਸੀਬਲ ਹੋ ਸਕੇ, ਕ੍ਰੀਏਟੀਵਿਟੀ ਲੈ ਕੇ ਆਵਾਂਗੇ। ਠੀਕ ਹੈ, ਤਾਂ ਕਿ ਸਾਡੇ ਬਿਜ਼ਨਸ ਨੂੰ ਕੀ ਕੀਤਾ ਜਾ ਸਕੇ, ਐਕਸਪੈਂਡ ਕੀਤਾ ਜਾ ਸਕੇ, ਐਜ਼ ਵੈਲ ਐਜ਼ ਕੀ ਕੀਤਾ ਜਾ ਸਕੇ, ਡਿਵੈਲਪ ਕੀਤਾ ਜਾ ਸਕੇ। ਨੈਕਸਟ ਆ ਜਾਂਦਾ ਜੀ ਮੈਨੇਜਮੈਂਟ ਬਾਈ ਐਕਸੈਪਸ਼ਨ। ਮੈਨੇਜਮੈਂਟ ਬਾਈ ਐਕਸੈਪਸ਼ਨ ਦਾ ਮਤਲਬ ਕੀ ਹੁੰਦਾ ਹੈ ਕਿ ਪਲੈਨਿੰਗ ਹੈਲਪ ਕਰਦੀ ਹੈ ਆਪਾਂ ਨੂੰ ਡਿਫਰੈਂਟ ਗੋਲਸ ਨੂੰ ਈਚ ਐਂਡ ਐਵਰੀ ਡਿਪਾਰਟਮੈਂਟ ਲਈ ਫਿਕਸ ਕਰਨ ਦੇ ਲਈ। ਠੀਕ ਹੈ, ਸੋ ਟॉप मैनेजमेंट नीड नॉट इंटरफेयर अनलेस द थिंग्स गो रॉन्ग। ठीक है, by practicing the management by exception, managers concentrate more on planning work rather than wasting their efforts in routine nature jobs। इसका मतलब कि ਹੁੰਦਾ मैनेजमेंट by exception। ਇਹ ਜਿਹੜਾ पॉइंट है बेसिकली शॉर्ट नोट ਲਈ भी इंपॉर्टेंट है। मैनेजमेंट मी MBE ਇਸ ਦੇ ਵਿੱਚ ਕੀ ਹੁੰਦਾ ਰਾਜੇ, ਇਸ ਦਾ ਮਤਲਬ ਹੁੰਦਾ ਹੈ ਕਿ ਜਿਹੜੇ ਟੌਪ ਲੈਵਲ ਦੇ ਅਥਾਰਟੀਜ਼ ਹੋਣਗੀਆਂ ਉਹਨਾਂ ਦਾ ਮੇਨ ਫੋਕਸ ਹੋਣਾ ਚਾਹੀਦਾ ਪਲਾਨਸ ਬਣਾਉਣ ਦੇ ਲਈ, ਥਿੰਕ ਕਰਨ ਦੇ ਲਈ। ਠੀਕ ਹੈ, ਤਾਂ ਜਿਹੜੇ ਡਿਪਾਰਟਮੈਂਟਲ ਲੈਵਲ ਦੇ ਜਿਹੜੇ ਵਰਕਰਸ ਹੋਣਗੇ ਜਾਂ ਸੁਪੀਰੀਅਰਸ ਹੋਣਗੇ, ਸਬੋਰਡੀਨੇਟਸ ਹੋਣਗੇ, ਹੈੱਡ ਹੋਣਗੇ ਡਿਪਾਰਟਮੈਂਟ ਦੇ, ਤੁਹਾਨੂੰ ਜਸਟ ਇਹ ਕੰਮ ਦਿੱਤਾ ਜਾਏਗਾ ਕਿ ਤੁਸੀਂ ਜਸਟ ਪਰਫੋਰਮ ਕਰਨਾ। ਠੀਕ ਹੈ, ਜੋ ਸੋਚਣ ਦਾ ਕੰਮ ਹੋਏਗਾ ਕੌਣ ਕਰੇਗਾ, ਟੌਪ ਲੈਵਲ ਦੇ ਮੈਨੇਜਮੈਂਟ ਕਰਨੀ। ਠੀਕ ਹੈ, ਤਾਂ ਕਿ ਐਜ਼ ਵੈਲ ਐਜ਼ ਇਹ ਵੀ ਹੋਏਗਾ, ਇਹ ਵੀ ਆਪਾਂ ਕਹਿ ਸਕਦੇ ਹਾਂ ਕਿ ਉਹ ਇੰਟਰਫੇਅਰ ਨਹੀਂ ਕਰਨਗੇ। ਕਿਸ 'ਚ ਇੰਟਰਫੇਅਰ ਕਰਨਗੇ, ਆਪਣੇ ਬੇਸਿਕਲੀ ਜਿਹੜੇ ਡਿਪਾਰਟਮੈਂਟਲ ਲੈਵਲ 'ਤੇ ਕੰਮ ਕੀਤਾ ਜਾ ਰਿਹਾ। ਅਗਰ ਇੰਟਰਫੇਅਰ ਨਹੀਂ ਕਰਨਗੇ ਤਾਂ ਓਬਵੀਅਸ ਹੈ ਕਿ ਵੇਸਟੇਜ ਆਫ ਟਾਈਮ ਘੱਟ ਜਾਏਗੀ। ਰੂਟੀਨ ਲੈਵਲ 'ਤੇ ਇੰਸਟਰਕਸ਼ਨਸ ਨਹੀਂ ਦੇਣੀਆਂ ਪੈਣਗੀਆਂ ਉਹਨਾਂ ਨੂੰ। ਠੀਕ ਹੈ ਜੀ, ਅਗਰ ਰੂਟੀਨ ਲੈਵਲ 'ਤੇ ਇੰਸਟਰਕਸ਼ਨਸ ਨਹੀਂ ਦੇਣੀਆਂ ਪੈਣਗੀਆਂ ਤਾਂ ਆਟੋਮੈਟਿਕਲੀ ਕੀ ਹੋਏਗਾ ਕਿ ਵਰਕ ਜਿਹੜਾ ਹੋਏਗਾ ਅਕੋਰਡਿੰਗ ਟੂ ਟਾਈਮ ਸ਼ਡਿਊਲ ਪਰਫੋਰਮ ਕੀਤਾ ਜਾਏਗਾ। ਦੈਟ ਇਜ਼ ਨੋਨ ਐਜ਼ ਦਾ ਮੈਨੇਜਮੈਂਟ ਬਾਈ ਐਕਸੈਪਸ਼ਨ। ਨੈਕਸਟ ਆ ਜਾਂਦਾ ਇੰਪਰੂਵਸ ਦਾ ਮੋਟੀਵੇਸ਼ਨ। ਇੰਪਰੂਵਸ ਮੋਟੀਵੇਸ਼ਨ ਦਾ ਮਤਲਬ ਕੀ ਹੁੰਦਾ ਕਿ ਗੁੱਡ ਪਲੈਨਿੰਗ ਹਮੇਸ਼ਾ ਇੰਸ਼ੋਰ ਕਰਦੀ ਹੈ ਕਿ ਸਾਰੇ ਦੇ ਸਾਰੇ ਜਿਹੜੇ ਮੈਨੇਜਰਸ ਨੇ ਪਾਰਟੀਸਪੇਟ ਕਰਨ। ਠੀਕ ਹੈ, ਜਿਹਦੇ ਨਾਲ ਕੀ ਹੋਏ, ਉਹਨਾਂ ਦੀ ਜਿਹੜੀ ਮੋਰਾਲ ਹੈ, ਠੀਕ ਹੈ, ਮੈਨੇਜਰਸ ਦਾ ਉਹ ਬੂਸਟ ਹੋਵੇ। ਠੀਕ ਹੈ, ਐਜ਼ ਵੈਲ ਐਜ਼ ਆਪਾਂ ਇਹ ਵੀ ਕਹਾਂਗੇ ਕਿ ਜਿਹੜੀ ਪਲੈਨਿੰਗ ਹੁੰਦੀ ਹੈ ਇੱਕ ਮੋਟੀਵੇਟਰ ਦੇ ਤੌਰ 'ਤੇ ਕੰਮ ਕਰਦੀ। ਠੀਕ ਹੈ, ਜਿਹਦੇ ਵਿੱਚ ਕੀ ਹੋਏਗਾ ਕਿ ਐਵਰੀਬਡੀ ਨੋਜ਼ ਵਟ ਇਜ਼ ਐਕਸਪੈਕਟਡ ਬਾਈ ਹਿਮ। ਆਲਸੋ ਪਲੈਨਿੰਗ ਸਰਵਸ ਐਜ਼ ਅ ਗੁੱਡ ਟ੍ਰੇਨਿੰਗ ਡਿਵਾਈਸ ਫॉर द ਫਿਊਚਰ ਮੈਨੇਜਰਸ। ਠੀਕ ਹੈ, ਇੱਕ ਤਰ੍ਹਾਂ ਦਾ ਡਿਵਾਈਸ ਦੇ ਤੌਰ 'ਤੇ ਵੀ ਕੰਮ ਕਰੇਗੀ ਜਿਹੜੇ ਆਪਣੇ ਮੈਨੇਜਰਸ ਹੋਣਗੇ, ਕਿਉਂਕਿ ਮੈਨੇਜਰਸ ਜਿਹੜੇ ਹੋਣਗੇ ਅਗਰ ਪਾਰਟੀਸਪੇਟ ਨਹੀਂ ਕਰਨਗੇ, ਆਪਣੇ ਆਈਡੀਆਜ਼ ਨੂੰ ਅੱਗੇ ਫਰਦਰ ਫਾਰਵਰਡ ਨਹੀਂ ਕਰਨਗੇ, ਤਾਂ ਉਹ ਕਦੇ ਵੀ ਐਜ਼ ਅ ਗੁੱਡ ਫਿਊਚਰ ਮੈਨੇਜਰ ਨਹੀਂ ਬਣ ਸਕਦੇ। ਠੀਕ ਹੈ, ਕਿਉਂਕਿ ਆਪਾਂ ਨੂੰ ਪਤਾ ਕਿ ਬਿਜ਼ਨਸ ਦੇ ਵਿੱਚ ਲੋਟ ਆਫ ਚੇਂਜਸ ਸਾਨੂੰ ਵੇਖਣ ਨੂੰ ਮਿਲਦੀਆਂ ਨੇ। ਸੋ ਮੋਟੀਵੇਸ਼ਨ ਨੂੰ ਇੰਪਰੂਵ ਕਰਨਾ, ਠੀਕ ਹੈ, ਮੈਨੇਜਰਸ ਨੂੰ ਐਜ਼ ਅ ਗੁੱਡ ਮੈਨੇਜਰ ਬਣਾਉਣਾ, ਇਹ ਸਾਰਾ ਦਾ ਸਾਰਾ ਕਿਸ ਦੇ ਹੈਂਡਸ ਦੇ ਵਿੱਚ ਹੋਏਗਾ, ਪਲੈਨਿੰਗ ਦੇ ਹੈਂਡਸ ਦੇ ਵਿੱਚ ਹੋਏਗਾ। ਠੀਕ ਹੈ ਜੀ, so these are the points which are covered under the point topic that is importance of planning. Thank you.